मैडम है दो है ना मैडम एक वो तो चले गए। पता नहीं सर नाम लिखो यार उन्होंने नोट करो। वो डॉक्टर साहब ने गल करके गए थे कोई गल नहीं उन्होंने नाम लिखाओ ना जरा ਤੁਸੀਂ ਇੱਥੇ ਥੋੜਾ ਜਿਹਾ ਵਰਸੁਏਟ ਹੀ ਕਰੋ ਨਾ ਲੋਕਾਂ ਨੂੰ। सर नहीं मैं दसिया हुणे कोई मतलब जिन्होंने मैं पूछा उन्होंने अजे टाइम नहीं आया सी चेक करिया जी ਕਿੰਨੇ ਕਿੰਨੇ ਲੋਕਾਂ ਦਾ 10 ਕੁ ਜਾਣੇ ਹੀ ਹੈਗੇ ਸੀਗੇ ਜਿਨ੍ਹਾਂ ਦਾ ਮੈਂ ਚੈੱਕ ਕਰਿਆ ਮੇਰਾ ਆਪਦਾ ਪੇਪਰ ਸੀ ਮੇਰੀ 2 ਤੋਂ 5 ਡਿਊਟੀ ਹੈ ਜੀ ਹੁਣੇ ਆਇਓ ਨਹੀਂ ਸਰ ਮੈਂ ਤਾਂ 2 ਵਜੇ ਦੀ ਆਈ ਮੇਰੀ ਮਤਲਬ ਉਹ 2 ਵਜੇ ਆਇਓ ਹੁਣੇ ਆਇਓ ਮਾਰਨਿੰਗ 'ਚ ਨਹੀਂ ਸੀਗੇ ਮੇਰੀ ਬॉयਜ਼ ਸਕੂਲ ਆਈ ਸੀ ਚਲੋ ਐਗਜ਼ਾਮ ਕਰਕੇ ਠੀਕ ਹੈ ਥੈਂਕ ਯੂ। ਫਾਜ਼ਿਲਕਾ ਦੇ ਕਾਫੀ ਪਹਿਲੇ ਸੈਸ਼ਨ ਦੇ 220 ਫਾਜ਼ਿਲਕਾ ਦੇ ਆਏ ਪਹਿਲੇ ਸੈਸ਼ਨ ਦੇ ਫਾਜ਼ਿਲਕਾ ਦੇ 220 ਆਏ ਇਹਦਾ ਮਤਲਬ ਡਿਊਟੀ ਪਹਿਲਾਂ ਫਾਜ਼ਿਲਕਾ ਲੱਗੀ ਹੈ। ਅਸੀਂ ਐਕਸ਼ਨ ਸਾਹਿਬ ਕੀ ਹਾਲ ਹੈ? ਆਪਾਂ ਨੂੰ ਭੇਜਣਗੇ ਸਰ ਜਿਹੜੀਆਂ ਥੋੜੀਆਂ ਬੱਚੇ ਸਫਲ ਸਥਾਨਕ ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਅੱਜ ਚੋਣਾਂ ਦੇ ਸਬੰਧ ਵਿੱਚ ਟ੍ਰੇਨਿੰਗ ਲੱਗੀ ਅਤੇ ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਅਧਿਆਪਕਾਂ ਨੂੰ ਚੋਣਾਂ ਕਿਵੇਂ ਕਰਾਉਣੀਆਂ ਹਨ, ਚੋਣਾਂ ਵਾਲੇ ਦਿਨ ਕੀ ਕਰਨਾ ਹੈ, ਉੱਥੇ ਆਏ ਵੋਟਰਾਂ ਕੋਲੋਂ ਕਿਵੇਂ ਵੋਟ ਪਵਾਉਣੀ ਹੈ ਅਤੇ ਚੋਣ ਅਮਲੇ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ, ਇਹ ਸਿਖਾਉਣ ਲਈ ਟ੍ਰੇਨਿੰਗ ਕੈਂਪ ਲਾਇਆ ਗਿਆ। ਇਹ ਟ੍ਰੇਨਿੰਗ ਕੈਂਪ SDM ਫਾਜ਼ਿਲਕਾ ਦੀ ਦੇਖ ਰੇਖ ਵਿੱਚ ਲੱਗਿਆ। ਇੱਥੇ ਅੱਜ ਵਿਸ਼ੇਸ਼ ਤੌਰ 'ਤੇ ਟ੍ਰੇਨਿੰਗ ਦੌਰਾਨ SDM ਵੱਲੋਂ ਸਮੂਹ ਆਏ ਅਧਿਆਪਕਾਂ ਅਤੇ ਵੱਖ-ਵੱਖ ਥਾਵਾਂ 'ਤੇ ਲੱਗੇ ਬੂਥਾਂ 'ਤੇ ਜਾ ਕੇ ਚੈਕਿੰਗ ਕੀਤੀ ਗਈ ਅਤੇ ਗੱਲਬਾਤ ਕੀਤੀ ਅਤੇ ਇੱਥੇ ਟ੍ਰੇਨਿੰਗ ਕਰਤਾ ਨੇ ਕੀ ਕੁਝ ਕਿਹਾ ਅਤੇ SDM ਨੇ ਉਹਨਾਂ ਨੇ ਕੀ ਕੁਝ ਕਿਹਾ, ਸਭ ਕੁਝ ਜਾਣਨ ਲਈ ਸਾਡੀ ਪੂਰੀ ਕਵਰੇਜ ਵੇਖੋ। ਡੈਡ ਸ਼ਿਫਟ ਡਬਲ ਵੋਟਰ ਅੱਛਾ ਸਾਰੇ ਫਾਈਨਲ ਡਿਸੀਜਨ ਸਰ ਸੁਪਰਵਾਈਜ਼ਰ ਸਾਹਿਬ ਕੋਲ ਸਾਰੇ ਵੈਰੀਫਾਈ ਤੇ ਆਪ ਨੂੰ ਫੋਨ ਦੇ ਨਾਲ ਅਟੈਚ ਕਰਕੇ ਇੱਕ ਬਾਕਸ ਮਿਲੇਗਾ, ਵਾਈਟ ਕਲਰ ਦਾ ਬਾਕਸ ਹੋਏਗਾ। ਉਸ ਬਾਕਸ ਦੇ ਵਿੱਚ ਪਲਾਸਟਿਕ ਦਾ ਬਾਕਸ ਹੋਏਗਾ, ਉਹਦੇ ਵਿੱਚ ਪਾ ਦੇਣਾ। ਉਹਦੇ ਵਿੱਚ ਲਿਖਣਾ, ਉੱਪਰ ਲਿਖ ਦੇਣਾ ਮੌਕ ਪੋਲ, ਤੇ ਫਿਰ ਉਸ ਨੂੰ ਸੀਲ ਕਰ ਦੇਣਾ। ਠੀਕ ਹੈ, ਸੀਲ ਕਰਕੇ ਉਹਨੂੰ ਪਾਸੇ ਰੱਖ ਦੇਣਾ। ਤੇ ਫਿਰ ਇਸ ਨੂੰ ਕਿਨਾ ਸੀਗਾ ਆਪਣੇ ਉਹ ਤਾਂ ਹਾਂ, ਫਿਰ ਇਹ ਕਿਨਾ ਸੀ ਕੰਪਾਰਟਮੈਂਟ ਜਿਹੜਾ ਉਹ ਸੀਲ ਕਰ ਦੇਣਾ। ਇੱਕ ਐਡਰੈਸ ਟੈਗ ਲੈ ਕੇ 2 ਧਾਗੇ ਸਿਰੇ ਇੱਥੇ ਟਪਾ ਕੇ ਐਡਰੈਸ ਟੈਗ ਨੂੰ ਇੱਥੇ ਟੇਪ ਲਾ ਦੇਣਾ, ਟੇਪ ਨਾਲ, ਤੇ ਇੱਥੇ ਉਹ ਕਿਨਾ ਸੀਗਾ ਲਾਖ ਲਾ ਦੇਣਾ। ਕਿਤੇ ਨਹੀਂ ਮਿਲਣੀਆਂ ਤੁਹਾਨੂੰ, ਕਿਸੇ ਬੁੱਕ 'ਚ ਨਹੀਂ ਮਿਲਣੀਆਂ, ਕਿਤੇ ਤੁਹਾਨੂੰ ਸਟੱਡੀ 'ਚ ਨਹੀਂ ਆਉਣੀਆਂ। ਔਰ ਤੁਹਾਡੀ ਜਿਹੜੀ ਪਾਵਰ ਹੈ ਤਾਂ ਇੰਜੋਏ ਕਰੋ, ਦੇਖੋ ਕਿੰਨਾ ਮਜ਼ਾ ਆਉਂਦਾ। ਇੰਟਰਸਟਿੰਗ ਕੰਮ ਹੁੰਦਾ ਬਹੁਤ। ਫਿਰ ਜਿਹੜਾ ਵੀ ਕੰਮ ਕਰਨਾ ਇਸ ਨੂੰ ਫਿਰ ਆਪਾਂ ਕਿਹੜੀ ਉਹ ਬਾਅਦ ਦੀ ਗੱਲ ਹੈ। बाकी ਉਹਦੇ 'ਚ 2 ਟੈਗ ਹੈਗੇ ਨੇ, ਇੱਕ ਸੀਲ ਹੋਗੀ ਔਰ ਇੱਕ ਐਡਰੈਸ ਟੈਗ। ਹੁਣ ਆ ਗਿਆ ਆਪਣੇ ਕੋਲ ਕੰਟਰੋਲ ਯੂਨਿਟ। ਜੇ ਮੇਰੇ ਕੋਲ PRO ਆ ਗਏ, ਇਹਦੀ ਟ੍ਰੇਨਿੰਗ ਤੁਹਾਨੂੰ ਕਰਾ ਕੇ ਤੁਸੀਂ ਆਪ ਹੀ ਕਹੋਗੇ ਯਾਰ ਬਸ ਕਰੋ ਹੁੰਦਾ, ਸੋ ਪੱਤਰ ਉਠਾ ਕੇ ਵੀ ਕਰਾਓ, ਇੰਨੀ ਟ੍ਰੇਨਿੰਗ ਕਰਾ ਦਾਂਗੇ। ਫਿਰ ਕੀ ਹੈ ਆਪਣੇ ਕੋਲ ਅੱਜ ਲੋਨਾ ਜੀ, ਅੱਜ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਕੀ ਦੱਸਿਆ ਗਿਆ ਇਹਦੇ ਵਿੱਚ? ਸਰ ਬਹੁਤ ਵਧੀਆ ਟ੍ਰੇਨਿੰਗ ਸਰ, ਹਰੇਕ ਪੱਖੋਂ ਮੁਕੰਮਲ, ਬਹੁਤ ਵਧੀਆ ਇੰਤਜ਼ਾਮ, ਸਾਰੇ ਕਮਰਿਆਂ ਦੇ ਅੰਦਰ ਚਾਹ ਦਾ ਇੰਤਜ਼ਾਮ ਬਹੁਤ ਵਧੀਆ ਕੀਤਾ ਗਿਆ। ਸਾਰੇ ਹੀ ਪਰਸਨਸ ਜੋ ਟ੍ਰੇਨਿੰਗ ਤੇ ਆਏ ਬੜੇ ਵਧੀਆ ਤੇ ਖੁਸ਼ ਤਰੀਕੇ ਨਾਲ ਗਏ ਜੀ। ਅੱਜ ਜਿਹੜੀ ਟ੍ਰੇਨਿੰਗ ਦਿੱਤੀ ਗਈ, ਕਿਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਤੇ ਕਾਹਦੀ ਟ੍ਰੇਨਿੰਗ ਸੀ ਜੀ? ਸਰ ਇਲੈਕਸ਼ਨ ਦੇ ਰਿਲੇਟਡ ਟ੍ਰੇਨਿੰਗ ਦਿੱਤੀ ਗਈ ਹੈ ਜੀ, PRO ਨੂੰ, APRO ਨੂੰ, PO ਨੂੰ। ਅਰੇਂਜਮੈਂਟ ਬਹੁਤ ਵਧੀਆ ਸੀ, ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰ ਤੇ ਟ੍ਰੇਨਿੰਗ ਦਿੱਤੀ ਗਈ ਹੈ। ਡਿਟੇਲਡ ਸਾਰੀ ਟ੍ਰੇਨਿੰਗ ਸੀ, ਖਾਣ ਪੀਣ ਦਾ ਪ੍ਰਬੰਧ ਵਧੀਆ ਸੀਗਾ, ਚਾਹ ਪਾਣੀ ਨਾਸ਼ਤੇ ਦਾ ਪ੍ਰਬੰਧ ਬਹੁਤ ਵਧੀਆ ਸੀ। ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ, ਇਹ ਕਿਸ ਤਰ੍ਹਾਂ ਦੀ ਸੀ ਤੇ ਤੁਹਾਨੂੰ ਨਵੀਂ ਚੀਜ਼ ਕੀ ਪਤਾ ਲੱਗੀ ਜਿਹੜੀ ਅੱਗੇ ਜਾ ਕੇ ਤੁਸੀਂ ਵੋਟਾਂ ਵਿੱਚ ਹੈਲਪ ਕਰੋਗੇ? ਜਿੰਨਾ ਪ੍ਰੋਸੈਸ ਸੀ ਨਾ ਇਲੈਕਸ਼ਨ ਦਾ, ਕਿ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰੋਸੈਸ ਚੱਲਣਾ ਉਹਦੇ ਬਾਰੇ ਬਹੁਤ ਅੱਛੀ ਟ੍ਰੇਨਿੰਗ ਸੀ, ਤਾਂ ਕਿ ਅਸੀਂ ਜਿਹੜਾ ਉੱਥੇ ਆਪਦਾ ਪ੍ਰੋਸੀਜਰ ਤੇ ਆਪਦਾ ਕੰਮ ਪੂਰੇ ਨੂੰ ਅੱਛੇ ਢੰਗ ਨਾਲ ਕਰ ਪਾਵਾਂਗੇ। ਜਿੰਨਾ ਸਾਡਾ ਡਿਊਟੀ ਸਟਾਫ ਹੈਗਾ ਸੀ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਕਿ ਜਿਹੜਾ ਇਲੈਕਸ਼ਨ ਪ੍ਰੋਸੈਸ ਸੀ ਉਹ ਬਹੁਤ ਮਤਲਬ ਅਸੀਂ ਅੱਛੇ ਢੰਗ ਨਾਲ। ਇਹ ਟ੍ਰੇਨਿੰਗ ਜਿਹੜੀ ਅੱਛੇ ਢੰਗ ਨਾਲ ਤੁਸੀਂ ਕਹਿ ਰਹੇ ਹੋ ਦੇ ਰਹੀ, ਉਹਦਾ ਸ਼੍ਰੇਅ ਕਿਹਨੂੰ ਦੇਣਾ ਚਾਹੋਗੇ?
ਸਰ ਜਿਹੜੇ ਆਰਓ ਨੇ, ਆਰਓ ਸਾਹਿਬ ਨੂੰ ਅਸੀਂ ਦੇਣਾ ਚਾਹਾਂਗੇ, ਇੰਨਾ ਅੱਛਾ ਉਹਨਾਂ ਦਾ ਸਾਰਾ ਮੈਨੇਜਮੈਂਟ, ਸਾਰੀ ਸਿਸਟਮ। ਨਹੀਂ ਤਾਂ ਅੱਗੇ ਕੀ ਹੁੰਦਾ ਸੀ, ਆਰਓ ਦਾ ਮਤਲਬ ਜੀ ਰਿਟਰਨਿੰਗ ਆਫੀਸਰ, ਇਹ ਪੂਰੇ ਜਿਹੜੇ ਸਾਡੇ ਅਸੈਂਬਲੀ ਦੇ ਹੁੰਦੇ ਨੇ, ਤੇ ਅੱਗੇ ਕੀ ਹੁੰਦਾ ਸੀ ਕਿ ਮੋਰ ਦੈਨ 300 ਲੋਕ ਇਕੱਠੇ ਟ੍ਰੇਨਿੰਗ ਲੈਂਦੇ ਸੀ, ਇਨਕਲੂਡਿੰਗ ਪੀਆਰਓ, ਪੀਓ, ਏਪੀਆਰ। ਐਕਟੀ ਇਹਨਾਂ ਨੇ ਕੀ ਕੀਤਾ ਕਿ ਅਲੱਗ-ਅਲੱਗ ਛੋਟੇ ਗਰੁੱਪ ਵਿੱਚ ਸਾਰੀਆਂ ਟ੍ਰੇਨਿੰਗ ਦਿੱਤੀਆਂ, ਜਿਹੜੀਆਂ ਕਿ ਬੜੇ ਅੱਛੇ ਢੰਗ ਨਾਲ ਉਹਦਾ ਮਤਲਬ ਮੈਨੇਜਮੈਂਟ ਹੈਗੀ ਸੀ। ਕੋਈ ਪ੍ਰੋਬਲਮ ਨਹੀਂ ਰਹੇਗੀ ਸਾਨੂੰ ਸਟਾਫ ਨੂੰ ਨਾ ਡਿਊਟੀ ਇਲੈਕਸ਼ਨ ਕਰਨ ਵਿੱਚ ਕਰਵਾਉਣ ਵਿੱਚ। ਟ੍ਰੇਨਿੰਗ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਸਰ ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫॉर ਬॉयਜ਼ ਫਾਜ਼ਿਲਕਾ ਦੇ ਵਿੱਚ ਪੀਆਰਓ, ਏਪੀਆਰਓ ਤੇ ਪੋਲਿੰਗ ਅਫਸਰਸ ਦੀ ਟ੍ਰੇਨਿੰਗ ਜਿਹੜੀ ਹੈ ਰਿਟਰਨਿੰਗ ਅਫਸਰ ਕਮ ਐਸਡੀਐਮ ਸਾਹਿਬ ਬਾਦਰ ਵੱਲੋਂ ਜਿਹੜੀ ਹੈ 80 ਫਾਜ਼ਿਲਕਾ ਕੌਂਸਟੀਚੁਐਂਸੀ ਦੇ ਅੰਡਰ ਜਿਹੜੀ ਲਗਾਈ ਗਈ ਹੈ। ਇਹ ਟ੍ਰੇਨਿੰਗ ਦੇ ਵਿੱਚ ਇਸ ਵਾਰੀ ਸਾਨੂੰ ਨਵਾਂ ਰੂਪ ਹੀ ਵੇਖਣ ਨੂੰ ਮਿਲਿਆ ਹੈ, ਕਿਉਂਕਿ ਐਸਡੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੇ ਹੈ ਇਸ ਵਾਰੀ ਕੋਵਿਡ ਪ੍ਰੋਟੋਕੋਲ ਦੀ ਬਿਲਕੁਲ ਹੀ ਪਾਲਣਾ ਕਰਦੇ ਹੋਏ ਤੇ ਲਗਭਗ 40 ਤੋਂ ਘੱਟ ਜਿਹੜਾ ਸਟਾਫ ਹੈ ਹਰੇਕ ਰੂਮ ਦੇ ਵਿੱਚ OHP ਪ੍ਰੋਜੈਕਟਰ ਦੇ ਨਾਲ ਜਿਹੜੀ ਹੈ ਟ੍ਰੇਨਿੰਗਸ ਸਾਰੇ ਜਿਹੜੇ ਸੈਕਟਰ ਸੁਪਰਵਾਈਜ਼ਰ ਤੇ ਸੁਪਰਵਾਈਜ਼ਰ ਵੱਲੋਂ ਦਿੱਤੀ ਗਈ ਤੇ ਬੈਠਣ ਦਾ ਇੰਤਜ਼ਾਮ ਸਾਰਾ ਪ੍ਰਿੰਸੀਪਲ ਪ੍ਰਦੀਪ ਖਨਗਵਾਲ ਜੀ ਦੇ ਸਹਿਯੋਗ ਨਾਲ ਤੇ ਸਾਰਾ ਐਸਡੀਐਮ ਦਫ਼ਤਰ ਦਾ ਜਿਹੜਾ ਅਮਲਾ ਸਾਹਿਬ ਬਾਦਰ ਦੇ ਅੰਡਰ ਲੱਗਿਆ ਹੋਇਆ ਉਹਨਾਂ ਦੇ ਪੂਰੇ ਮੁਕੰਮਲ ਪ੍ਰਯਾਸਾਂ ਦੇ ਨਾਲ ਜਿਹੜੀ ਆ ਟ੍ਰੇਨਿੰਗ ਹੈ, ਡਬਲ ਸ਼ਿਫਟ ਵਾਲੀ ਟ੍ਰੇਨਿੰਗ ਬੜੀ ਹੀ ਵਧੀਆ ਤਰੀਕੇ ਸੁਚੱਜੇ ਢੰਗ ਨਾਲ ਜਿਹੜੀ ਇਹ ਡਬਲ ਸ਼ਿਫਟ ਸੰਪੰਨ ਹੋਈ ਹੈ। ਟ੍ਰੇਨਿੰਗ ਸੁੱਚੇ ਢੰਗ ਨਾਲ ਤੁਸੀਂ ਕਹਿ ਰਹੇ ਹੋ ਸੰਪੰਨ ਹੋਈ ਹੈ, ਇਹ ਕਿੰਨਾ ਵੱਲੋਂ ਕਰਾਈ ਗਈ ਤੇ ਜੇ ਕਰਾਈ ਗਈ ਅੱਜ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਦੀ ਹੋਈ ਜੀ? ਅੱਜ ਤੋਂ ਪਹਿਲੇ ਸਰ ਹਮੇਸ਼ਾ ਕੀ ਹੁੰਦਾ ਸੀ, ਇੱਕ ਹਾਲ ਜਿਵੇਂ ਹੋ ਜਾਂਦਾ ਸੀ 300 350 ਸਾਡੇ EMPLOYEES ਹੁੰਦੇ ਸੀ, ਹਾਜ਼ਰੀ ਵਾਲੀ ਟੇਬਲ ਤੇ ਵੀ ਰਸ਼ ਜਾਂ ਉਸ ਤਰ੍ਹਾਂ ਕੋਵਿਡ ਪ੍ਰੋਟੋਕੋਲ ਇਸ ਵਾਰੀ ਅਪਣਾਉਣਾ ਸੀ ਤਾਂ ਐਸਡੀਐਮ ਸਾਹਿਬ ਸ਼੍ਰੀ ਰਵਿੰਦਰਪਾਲ ਸਿੰਘ ਜੀ ਅਰੋੜਾ ਜਿਹੜੇ ਜਿਨ੍ਹਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਇਹ ਸਾਰਾ ਡਿਸੀਜਨ ਲੈ ਕੇ 15 ਜਿਹੜੇ ਆ ਉਹ ਆਪਣੇ ਕਮਰੇ ਲਗਾਏ ਗਏ। ਤੇ ਇਸ ਵਾਰੀ ਇੱਕ ਗੱਲ ਹੋਰ ਹੈ, ਹੁਣ ਤੱਕ ਤੁਸੀਂ ਵੀ ਦੇਖਿਆ ਹੋਣਾ ਹੈ ਕਿ ਸ਼ਾਮ ਦੇ 4:30 ਵੱਜ ਚੁੱਕੇ ਨੇ ਤੇ ਚਾਹ ਦੀ ਕੇਟਲੀ ਵਿੱਚ ਚਾਹ ਵੀ ਗਰਮ ਹੈ ਜੀ, ਬਿਸਕੁਟ ਦਾ ਵੀ ਇੰਤਜ਼ਾਮ ਹੈ, ਨਮਕੀਨ ਦਾ ਵੀ ਇੰਤਜ਼ਾਮ ਹੈ ਤੇ ਇਹ ਚੀਜ਼ ਸਾਨੂੰ ਇਸ ਵਾਰੀ ਫਸਟ ਟਾਈਮ ਲੱਗੀ ਤੇ ਸਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਸਾਰੇ ਅਮਲੇ ਦਾ ਵੀ ਧੰਨਵਾਦ ਕਰਾਂਗੇ ਜੋ ਐਸਡੀਐਮ ਦਫ਼ਤਰ ਦੇ ਵਿੱਚ ਇਸ ਟ੍ਰੇਨਿੰਗ ਨੂੰ ਜਿਨ੍ਹਾਂ ਨੇ ਨੇਪਰੇ ਚੜਾਇਆ ਜੀ। ਅੱਜ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਮਾਰਨਿੰਗ ਇਵਨਿੰਗ 2 ਸ਼ਿਫਟਾਂ ਦੇ ਵਿੱਚ ਟ੍ਰੇਨਿੰਗ ਹੋਈ ਹੈ। ਐਸਡੀਐਮ ਸਾਹਿਬ ਦੀ ਸਖਤ ਮਿਹਨਤ ਦੇ ਸਦਕਾ ਪੂਰੇ ਇੱਥੇ ਪ੍ਰਬੰਧ ਕੀਤੇ ਗਏ ਨੇ। ਸਾਰੇ ਜਿੱਥੇ ਵੀ ਟ੍ਰੇਨਿੰਗ ਹੋਈ ਹੈ ਉਸ ਕਮਰੇ ਦੇ ਵਿੱਚ ਪ੍ਰੋਜੈਕਟਰ, ਲਾਈਟਸ ਵਗੈਰਾ, ਸਾਫ ਸਫਾਈ ਬਿਲਕੁਲ ਇੱਕਦਮ ਟ੍ਰੇਨਡ ਮਾਸਟਰ ਟ੍ਰੇਨਰ ਜਿਹੜੇ ਨੇ ਉਹਨਾਂ ਦੇ ਦੁਆਰਾ ਟ੍ਰੇਨਿੰਗ ਸਾਰਿਆਂ ਨੂੰ ਕਰਵਾਈ ਗਈ ਹੈ। ਸਮੇਂ-ਸਮੇਂ ਤੇ ਆਪ ਐਸਡੀਐਮ ਸਾਹਿਬ ਇੱਥੇ ਆ ਕੇ ਸਾਰਾ ਕੁਝ ਆਪਣੀ ਦੇਖ ਤੁਹਾਡੇ ਵੱਲੋਂ ਇਸ ਟ੍ਰੇਨਿੰਗ ਕਰਾਉਣ ਦੇ ਵਿੱਚ ਕਿਸ ਤਰ੍ਹਾਂ ਡਿਊਟੀ ਨਿਭਾਈ ਗਈ ਜਾਂ ਕੀ ਤੁਹਾਡਾ ਰੋਲ ਰਿਹਾ ਦੇ ਵਿੱਚ? ਯਾਨੀ ਕਿ ਪ੍ਰਿੰਸੀਪਲ ਦੇ ਨਾਤੇ ਮੇਰੀ ਡਿਊਟੀ ਬਣਦੀ ਸੀ ਕਿ ਮੈਂ ਇਸ ਕੈਂਪਸ ਨੂੰ ਐਸਡੀਐਮ ਸਾਹਿਬ ਦੀ ਹਦਾਇਤਾਂ ਦੇ ਮੁਤਾਬਿਕ ਇਸ ਕੈਂਪਸ ਨੂੰ ਉਹਨਾਂ ਨੂੰ ਸਾਫ਼ ਸੁਥਰਾ ਬਣਾ ਕੇ ਦੇਵਾਂ। ਪੂਰਾ ਕੈਂਪਸ ਦੇ ਵਿੱਚ ਅਨੁਸ਼ਾਸਨ ਹੋਵੇ, ਕਿਸੇ ਪ੍ਰਕਾਰ ਦੀ ਡਿਸਟਰਬੈਂਸ ਨਾ ਹੋਵੇ, ਸਾਰੇ ਕਮਰਿਆਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਣ, ਸਾਰੇ ਕਮਰਿਆਂ ਦੇ ਵਿੱਚ ਲਾਈਟਸ ਵਗੈਰਾ ਹੋਵੇ ਤੇ ਇਹ ਸਾਰੇ ਪ੍ਰਬੰਧ ਜਿਹੜੇ ਨੇ ਮੇਰੇ ਵੱਲੋਂ ਸਹਿਯੋਗ ਦਿੱਤਾ ਗਿਆ। ਥੈਂਕ ਯੂ ਸਰ। ਐਕਚੁਅਲੀ ਸਾਡੀ ਟ੍ਰੇਨਿੰਗ ਹੈਗੀ ਹੈ, ਜਿਹੜੇ EMPLOYEES ਸਾਡੇ ਫੁੱਲ ਡਿਊਟੀ ਤੇ ਲੱਗੇ ਨੇ ਉਹਨਾਂ ਦੀ ਟ੍ਰੇਨਿੰਗ ਹੈ। ਫਸਟ ਟ੍ਰੇਨਿੰਗ ਸੀ, ਉਹਦੇ ਕਰਕੇ ਟ੍ਰੇਨਿੰਗ ਕਰਕੇ ਅਸੀਂ ਸਾਰੀ ਟ੍ਰੇਨਿੰਗ ਕਰਵਾਈ ਹੈ ਉਹਨਾਂ ਦੀ, ਇਹ ਸਾਰੇ ਅਰੇਂਜਮੈਂਟਸ ਟ੍ਰੇਨਿੰਗ ਕਰਕੇ। ਕਿਸ ਤਰ੍ਹਾਂ ਦੀ ਟ੍ਰੇਨਿੰਗ ਸੀ ਸਰ? ਇਲੈਕਸ਼ਨ ਦੇ ਰਿਗਾਰਡਿੰਗ ਟ੍ਰੇਨਿੰਗ ਹੁੰਦੀ ਹੈ ਜੀ, 3 ਟ੍ਰੇਨਿੰਗਸ ਹੁੰਦੀਆਂ ਨੇ। ਉਹਦੇ ਜਿਹੜਾ ਇਲੈਕਸ਼ਨ ਜਿਹੜਾ ਸਟਾਫ ਡਿਪਿਊਟ ਕੀਤਾ ਜਾਂਦਾ ਹੈ ਉਹਨੂੰ ਸਾਰਾ ਪ੍ਰੋਸੈਸ ਇੱਕ ਵਾਰੀ ਰਿਪੀਟ ਕਰਕੇ ਸਮਝਾਇਆ ਜਾਂਦਾ ਵੀ ਕਿਵੇਂ। ਨਹੀਂ, ਇਹਦੇ ਵਿੱਚ ਜਿਹੜਾ ਰਿਪੀਟ ਕੀਤਾ ਜਾਂਦਾ ਵੀ ਉਹ ਪੋਲਿੰਗ ਕਿਸ ਤਰ੍ਹਾਂ ਕਰਾਣੀ ਉਹ ਰਿਪੀਟ ਕੀਤਾ ਜਾਂਦਾ ਹੈ ਜਾਂ ਜਿਹੜੇ ਵੋਟਰ ਉਹਨਾਂ ਨੂੰ ਘਰੋਂ ਕਿ ਲਿਆਣਾ ਇਹ ਰਿਪੀਟ ਕੀਤਾ ਜਾਂਦਾ, ਕੀ ਕੀਤਾ ਜਾਂਦਾ? ਪੋਲਿੰਗ ਜਿਹੜੇ ਪੋਲਿੰਗ ਬੂਥ ਤੇ ਬੰਦੇ ਬੈਠਣਗੇ, ਟੀਮ ਬੈਠੇਗੀ, ਉਹ ਪੋਲਿੰਗ ਬੂਥ ਨੂੰ ਜਿਹੜਾ ਟੀਮ ਬੈਠਦੀ ਹੈ ਉਹਨੂੰ ਪੂਰਾ ਟ੍ਰੇਨ ਕੀਤਾ ਜਾਂਦਾ ਹੈ। ਈਚ ਐਂਡ ਐਵਰੀ ਐਸਪੈਕਟ, ਕਿਹੜਾ ਫਾਰਮ ਭਰਨਾ ਹੈ, ਕਿਵੇਂ ਤੁਸੀਂ ਟੈਗ ਕਰਨਾ ਹੈ, ਕਿਵੇਂ ਬੰਦੇ ਨੂੰ ਰਿਸੀਵ ਕਰਨਾ ਹੈ, ਕਿਵੇਂ ਇਨਐਡੀਬਲ ਇੰਕ ਲਗਾਉਣੀ ਹੈ ਉਹਦੇ 'ਤੇ, ਉਹ ਸਾਰਾ ਪ੍ਰੋਸੈਸ ਇੱਕ ਵਾਰੀ ਰਿਪੀਟ ਕਰਕੇ ਦੱਸੋ। ਇਹ ਟ੍ਰੇਨਿੰਗ ਕੌਣ ਦਿੰਦਾ ਸਰ? ਸਾਡੇ ਟ੍ਰੇਨਿੰਗ ਮਾਸਟਰ ਨੇ, ALMT ਨੇ, ਸੈਕਟਰ ਆਫੀਸਰਸ ਨੇ, ਉਹ ਸਾਰੇ ਟ੍ਰੇਨਿੰਗ ਦਿੰਦੇ ਨੇ। ਤੇ ਜੇ ਉਸ ਟਾਈਮ ਕਿਸੇ ਨੂੰ ਡਿਊਰਿੰਗ ਕੋਈ ਪਰੇਸ਼ਾਨੀ ਹੋ ਜਾਂਦੀ ਹੈ ਤਾਂ ਉਸ ਲਈ ਕੋਈ ਨੰਬਰ ਜਾਂ ਉਸ ਲਈ ਪ੍ਰਸ਼ਾਸਨ ਨੂੰ ਬੁਲਾਉਣ ਦੀ ਕੋਈ ਕਾਰਵਾਈ, ਕੈਮਰਾ ਜਾਂ ਕੋਈ ਲਗਾਈ ਗਈ ਹੈ ਉਹ ਵੀ ਦੱਸਿਆ ਜਾਂਦਾ ਜੀ? ਉਹ ਵੀ ਸਾਡੇ ਹਰੇਕ ਕੈਮਰੇ ਲੱਗੇ ਹੋਏ ਨੇ, ਸਾਡਾ ਵੀਡੀਓਗ੍ਰਾਫਰ ਨਾਲ ਹੁੰਦਾ ਹੈ, ਮੇਰੀ ਪੂਰੀ ਟੀਮ ਹੁੰਦੀ ਹੈ, ਮੇਰੀ ਨਹੀਂ ਸਾਰੇ ਸਬ ਡਿਵੀਜ਼ਨਸ ਦੀ ਟੀਮ ਹੁੰਦੀ ਹੈ। ਹਰੇਕ ਪੁਆਇੰਟ ਆਫ ਵਿਊ ਤੋਂ ਮਤਲਬ ਮੈਡੀਕਲੀ ਵੀ
ਮੈਡੀਕਲ ਟੀਮ ਬੈਠੀ ਹੈ, ਪੁਲਿਸ ਪਰਸੋਨਲ ਵੀ ਹੈ, ਸਾਡੀ ਐਗਜ਼ੈਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਵੀ ਹੈ। ਤੇ ਅੱਜ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਕਿੰਨੇ ਵਜੇ ਤੋਂ ਹੈ ਕਿੰਨੇ ਤੱਕ ਚੱਲੀ ਤੇ ਟ੍ਰੇਨਿੰਗ ਵਿੱਚ ਕਿੰਨੇ ਜਿਹੜੇ ਵੋਟ ਪਾਉਣ ਵਾਲੇ ਜਿਹੜੇ ਨੇ ਡਿਊਟੀ ਲੱਗੀ ਉਹਨਾਂ ਨੇ ਕਿੰਨੇ ਗਿਣਤੀ ਸੀ ਅਤੇ ਅੱਜ ਦੀ ਟ੍ਰੇਨਿੰਗ ਜਿਹੜੀ ਸੀ 2 ਸ਼ਡਿਊਲ 'ਚ ਕੀਤੀ ਗਈ, ਮਾਰਨਿੰਗ ਤੇ ਈਵਨਿੰਗ ਸੈਸ਼ਨ ਦੇ ਵਿੱਚ। ਮਾਰਨਿੰਗ 'ਚ 600 ਸੀਗੇ, ਈਵਨਿੰਗ 'ਚ 600 ਸੀਗੇ, ਟੋਟਲ ਅਸੀਂ 1200 ਨੂੰ ਟ੍ਰੇਨਿੰਗ ਇੰਪਾਰਟ ਕੀਤੀ ਹੈ। ਤੇ ਤੁਸੀਂ ਇਹਨਾਂ ਜਰੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਕਹਿੰਦੇ ਹਾਂ ਵੱਧ ਤੋਂ ਵੱਧ ਲੋਕ ਵੋਟ ਦਿਓ। ਵੋਟ ਨੇ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈ ਇਹਨੂੰ ਕੰਪਲੀਟ ਕਰੀਏ। ਇਹਦੇ 'ਚ ਸਾਰੇ ਵੋਟਰਸ ਆਪਣਾ ਆਉਣ। ਨੋ ਵੋਟਰ ਲੈਫਟ ਬਿਹਾਈਂਡ ਸਾਡਾ ਇਲੈਕਸ਼ਨ ਕਮਿਸ਼ਨ ਦਾ ਹੈਗਾ, तो सारे वोट आके पान ताकि ये प्रोसेस को कंप्लीट कर सकें। थैंक यू सर। ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।